ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰਾ ਸੰਬੰਧੀ ਚੇਤਾਵਨੀ ਜਾਰੀ, ਕੈਨੇਡਾ ਸਰਕਾਰ ਨੇ ਦਿੱਤੀ ਸਲਾਹ। ਕੈਨੇਡਾ ਵਿੱਚ ਕਿਸਾਨਾਂ ਲਈ ਜਸ਼ਨ ਹੋਣ ਜਾ ਰਿਹਾ ਹੈ ਵੱਡਾ ਸਮਾਗਮ। ਇਮੀਗ੍ਰੇਸ਼ਨ ਬਾਰੇ ਆਈ ਜਾਣਕਾਰੀ, IRCC ਨੇ ਸਾਂਝੀ ਕੀਤੀ ਰਿਪੋਰਟ। ਕਈ ਹੈਲਥਕੇਅਰ ਵਰਕਰਸ ਤੇ ਕਾਰਵਾਈ, ਬਿਨਾਂ ਟੀਕੇ ਵਾਲਿਆਂ ਤੇ ਹੋਈ ਕਾਰਵਾਈ। 18 ਸਾਲ ਤੋਂ ਵੱਧ ਉਮਰ ਵਾਲੇ ਲਗਵਾ ਸਕਦੇ ਬੂਸਟਰ। ontario ਤੋਂ ਆਈ ਬੂਸਟਰ ਸ਼ਾਟ ਬਾਰੇ ਜਾਣਕਾਰੀ। ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਯਾਤਰਾ ਸੰਬੰਧੀ ਇਹ ਸਹੀ ਵੇਲਾ ਨਹੀਂ ਹੈ, ਕਿਉਂਕਿ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲੇ ਤਾਂ ਵੱਧ ਹੀ ਰਹੇ ਨੇ, ਪਰ ਦੂਜੇ ਪਾਸੇ ਕੋਰੋਨਾ ਵਾਇਰਸ ਦਾ ਇੱਕ ਨਵਾਂ ਵੇਰੀਐਂਟ ਵੀ ਸਾਹਮਣੇ ਆ ਗਿਆ। ਇਸ ਵੇਰੀਐਂਟ ਦਾ ਤੇਜ਼ੀ ਨਾਲ ਫੈਲਾਅ ਹੋ ਰਿਹਾ ਹੈ, ਜਿਸ ਤੋਂ ਬਾਅਦ ਪਹਿਲਾਂ ਵੀ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ ਤੇ ਇੱਕ ਵਾਰ ਹੁਣ ਸਰਕਾਰ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਗਈ ਹੈ ਕਿ ਅੰਤਰਰਾਸ਼ਟਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ ਤੇ ਜਿਹੜੇ ਉਹਨਾਂ ਨੇ ਆਪਣੇ ਟ੍ਰਿਪਸ ਪਲਾਨ ਕੀਤੇ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ। ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ। ਕੈਨੇਡਾ ਸਰਕਾਰ ਵੱਲੋਂ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ। ਜੀ ਹਾਂ, ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਿਕਰੌਨ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਕੈਨੇਡੀਅਨਸ ਨੂੰ ਗੈਰ ਜ਼ਰੂਰੀ ਯਾਤਰਾ ਖਿਲਾਫ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਵੇਰੀਐਂਟ ਤੇਜ਼ੀ ਨਾਲ ਫੈਲਦਾ ਹੈ ਤੇ ਹੁਣ ਕੈਨੇਡੀਅਨਸ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਬਾਰੇ ਬੋਲਦਿਆਂ ਮਿਨਿਸਟਰ ਆਫ ਇੰਟਰਗਵਰਨਮੈਂਟਲ ਅਫੇਅਰਸ, ਇਨਫਰਾਸਟ੍ਰਕਚਰ ਅਤੇ ਕਮਿਊਨਿਟੀਜ਼ ਦਾ ਕਹਿਣਾ ਹੈ ਕਿ ਛੁੱਟੀਆਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਕੈਨੇਡੀਅਨਸ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਵੱਲੋਂ ਕੈਨੇਡੀਅਨਸ ਨੂੰ ਕਿਹਾ ਗਿਆ ਕਿ ਅੰਤਰਰਾਸ਼ਟਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ। ਦੱਸ ਦਈਏ ਕਿ ਇਸ ਸਮੇਂ ਓਮਿਕਰੌਨ ਵੇਰੀਐਂਟ ਦਾ ਫੈਲਾਅ ਯੂਨਾਈਟਿਡ ਕਿੰਗਡਮ ਅਤੇ ਡੈਨਮਾਰਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਕੈਨੇਡੀਅਨਸ ਨੂੰ ਵੀ ਯਾਤਰਾ ਸੰਬੰਧੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ, ਪਰ ਫਿਰ ਵੀ ਇਸ ਵੇਰੀਐਂਟ ਦਾ ਫੈਲਾਅ ਇੱਥੇ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਵੱਲੋਂ ਇਸ ਵੇਰੀਐਂਟ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਗਿਆ ਕਿ ਓਮਿਕਰੌਨ ਵੇਰੀਐਂਟ ਜਿੰਨੀ ਤੇਜ਼ੀ ਨਾਲ ਫੈਲਦਾ ਹੈ, ਇਸ ਤੋਂ ਪਹਿਲਾਂ ਕਿਸੇ ਵੀ ਵੇਰੀਐਂਟ ਦਾ ਫੈਲਾਅ ਇੰਨੀ ਛੇਤੀ ਨਹੀਂ ਦੇਖਿਆ ਗਿਆ ਤੇ ਨਾਲ ਹੀ ਉਨ੍ਹਾਂ ਵੱਲੋਂ ਇਸ ਵੇਰੀਐਂਟ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੈਲਟਾ ਦੇ ਮੁਕਾਬਲੇ ਇਹ ਵੇਰੀਐਂਟ ਘੱਟ ਖਤਰਨਾਕ ਹੈ, ਪਰ ਫਿਰ ਵੀ ਇਸ ਦਾ ਫੈਲਾਅ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਵੇਰੀਐਂਟ ਨੂੰ ਸਕੇਰੀ ਕਿਹਾ ਗਿਆ। ਉਨ੍ਹਾਂ ਵੱਲੋਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਗਈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਗਵਾਈ ਉਹ ਜਲਦ ਟੀਕਾ ਲਗਵਾ ਲੈਣ ਤੇ ਜਿਨ੍ਹਾਂ ਨੇ ਇਹ ਟੀਕੇ ਹਾਸਲ ਕਰ ਲਏ ਨੇ ਉਹ ਬੂਸਟਰ ਸ਼ਾਟ ਹਾਸਲ ਕਰ ਲੈਣ। ਭਾਰਤ ਦੇ ਕਿਸਾਨਾਂ ਦੀ ਇਤਿਹਾਸਿਕ ਜਿੱਤ ਹੋਈ, ਜਿਸ ਦਾ ਜਸ਼ਨ ਹੁਣ ਕੈਨੇਡਾ ਵਿੱਚ ਮਨਾਇਆ ਜਾਵੇਗਾ। ਸਰੀ ਵਿੱਚ ਵੱਡੇ ਪੱਧਰ ਦੇ ਉੱਪਰ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿੱਥੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਮਨਾਈ ਜਾਏਗੀ। ਇਸ ਤੋਂ ਇਲਾਵਾ ਵੈਨਕੂਵਰ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਟ੍ਰਿਬਿਊਟ ਦਿੱਤਾ ਜਾਵੇਗਾ ਜਿਨ੍ਹਾਂ ਦੀ ਅੰਦੋਲਨ ਦੌਰਾਨ ਸ਼ਹੀਦੀ ਹੋ ਗਈ। ਭਾਰਤ ਦੇ ਕਿਸਾਨਾਂ ਦੀ ਜੋ ਇਤਿਹਾਸਿਕ ਜਿੱਤ ਹੋਈ ਹੈ, ਉਸ ਦਾ ਜਸ਼ਨ ਕੈਨੇਡਾ ਵਿੱਚ ਵੀ ਮਨਾਇਆ ਜਾ ਰਿਹਾ ਹੈ। ਭਾਰਤ ਦੇ ਕਿਸਾਨਾਂ ਦੀ ਜੋ ਜਿੱਤ ਹੋਈ ਹੈ, ਇਸ ਸੰਬੰਧੀ 19 ਦਸੰਬਰ ਨੂੰ ਸਰੀ ਵਿੱਚ ਕਿਸਾਨ ਫਤਿਹ ਦਿਵਸ ਮਨਾਇਆ ਜਾਏਗਾ। ਇਸ ਤੋਂ ਇਲਾਵਾ 17 ਦਸੰਬਰ ਨੂੰ ਜਿਹੜੇ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਗਏ, ਉਹਨਾਂ ਨੂੰ ਟ੍ਰਿਬਿਊਟ ਦਿੱਤਾ ਜਾਵੇਗਾ। ਜੀ ਹਾਂ, ਵੈਨਕੂਵਰ ਦੇ ਵਿੱਚ 17 ਦਸੰਬਰ ਨੂੰ ਭਾਰਤ ਦੇ ਉਹਨਾਂ ਕਿਸਾਨਾਂ ਨੂੰ ਟ੍ਰਿਬਿਊਟ ਦਿੱਤਾ ਜਾਵੇਗਾ ਜਿਹੜੇ ਅੰਦੋਲਨ ਦੌਰਾਨ ਸ਼ਹੀਦੀਆਂ ਪਾ ਗਏ। ਇਸ ਦੇ ਵਾਸਤੇ 3 ਵਜੇ ਦਾ ਸਮਾਂ ਤੈਅ ਕੀਤਾ ਗਿਆ ਤੇ ਇਹ ਸਮਾਗਮ ਕੌਂਸਲੇਟ ਜਨਰਲ ਆਫ ਇੰਡੀਆ ਦੇ ਅੱਗੇ ਹੋਵੇਗਾ। ਦੱਸ ਦਈਏ ਕਿ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਜਾਨਾਂ ਚਲੀਆਂ ਗਈਆਂ। ਇਸ ਤੋਂ ਇਲਾਵਾ 19 ਦਸੰਬਰ ਨੂੰ ਸਰੀ ਵਿੱਚ ਕਿਸਾਨ ਫਤਿਹ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਵੱਧ ਗਿਣਤੀ ਲੋਕਾਂ ਨੂੰ ਇੱਥੇ ਪਹੁੰਚਣ ਦੇ ਵਾਸਤੇ ਸੱਦਾ ਦਿੱਤਾ ਗਿਆ। ਇਹ ਸਮਾਗਮ ਯਾਰਕ ਸੈਂਟਰ ਦ ਇੰਪਾਇਰ ਬੈਂਕੁਏਟ ਹਾਲ ਵਿੱਚ ਮਨਾਇਆ ਜਾਣ ਵਾਲਾ ਹੈ, ਜਿੱਥੇ ਭਾਰਤ ਦੇ ਕਿਸਾਨਾਂ ਦੀ ਹੋਈ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਦੱਸ ਦਈਏ ਕਿ ਲੰਬੇ ਸਮੇਂ ਤੋਂ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਭਾਰਤ ਸਰਕਾਰ ਵੱਲੋਂ ਜੋ 3 ਖੇਤੀ ਸੰਬੰਧੀ ਕਾਨੂੰਨ ਲਿਆਂਦੇ ਗਏ ਸਨ, ਇਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਆਖਿਰਕਾਰ 1 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਭਾਰਤ ਦੇ ਕਿਸਾਨਾਂ ਦੀ ਇਤਿਹਾਸਿਕ ਜਿੱਤ ਹੋਈ ਤੇ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿ ਉਹ ਹੁਣ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਗੇ। ਭਾਰਤ ਦੇ ਵਿੱਚ ਤਾਂ ਇਸ ਦਾ ਜਸ਼ਨ ਲਗਾਤਾਰ ਮਨਾਇਆ ਹੀ ਜਾ ਰਿਹਾ ਹੈ, ਪਰ ਦੂਜੇ ਪਾਸੇ ਕੈਨੇਡਾ ਵਿੱਚ ਵੀ ਇਸ ਦਾ ਜਸ਼ਨ ਹੁਣ ਦੇਖਣ ਨੂੰ ਮਿਲ ਰਿਹਾ ਹੈ। IRCC ਵੱਲੋਂ ਐਕਸਪ੍ਰੈਸ ਐਂਟਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 2020 ਦੌਰਾਨ ਇਮੀਗ੍ਰੇਸ਼ਨ ਦਾ ਪੱਧਰ ਕਿਸ ਤਰ੍ਹਾਂ ਦਾ ਰਿਹਾ। ਇਸ ਬਾਰੇ ਸਾਰੀ ਡੀਟੇਲ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਵਿਭਾਗ ਵੱਲੋਂ ਇਸ ਬਾਰੇ ਕੀ ਦੱਸਿਆ ਗਿਆ, ਜਾਣੋ ਇਸ ਖਬਰ ਰਾਹੀਂ। IRCC ਵੱਲੋਂ ਐਕਸਪ੍ਰੈਸ ਐਂਟਰੀ 2020 ਦੀ ਸਾਲਾਨਾ ਰਿਪੋਰਟ ਸਾਂਝੀ ਕੀਤੀ ਗਈ ਹੈ,
ਜਿਸ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। IRCC ਦਾ ਕਹਿਣਾ ਹੈ ਕਿ ਆਮ ਨਾਲੋਂ 2020 ਦੇ ਵਿੱਚ ਇਮੀਗ੍ਰੇਸ਼ਨ ਦਾ ਪੱਧਰ ਹੇਠਾਂ ਰਿਹਾ। ਇਸ ਦੇ ਪਿੱਛੇ ਪੈਂਡੈਮਿਕ ਨੂੰ ਵੱਡਾ ਕਾਰਨ ਦੱਸਿਆ ਗਿਆ। ਸਾਲ 2020 ਦੌਰਾਨ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 1,07,000 ਦੇ ਕਰੀਬ ITA ਜਾਰੀ ਕੀਤੇ ਗਏ, ਜਦਕਿ 2019 ਵਿੱਚ ਇਸ ਦੀ ਗਿਣਤੀ 85,300 ਸੀ। ਸਾਲ 2020 ਦੇ ਵਿੱਚ ਜਿਹੜੇ ITA ਜਾਰੀ ਕੀਤੇ ਗਏ, ਉਨ੍ਹਾਂ ਵਿੱਚੋਂ 63,923 ਐਕਸਪ੍ਰੈਸ ਐਂਟਰੀ ਐਪਲੀਕੈਂਟ ਸਨ। ਪੈਂਡੈਮਿਕ ਕਾਰਨ IRCC ਵੱਲੋਂ ਐਪਲੀਕੈਂਟਸ ਨੂੰ 60 ਤੋਂ 90 ਦਿਨ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਉਹ ਆਪਣੀ ਐਪਲੀਕੇਸ਼ਨਸ ਨੂੰ ਪ੍ਰੀਪੇਅਰ ਕਰ ਸਕਣ। ਇਸ ਸਾਲ ਦੌਰਾਨ ਉਨ੍ਹਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਸਨ। ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਿਹੜੇ ਕੈਂਡੀਡੇਟਸ ਕੈਨੇਡਾ ਵਿੱਚ ਹੀ ਸਨ, ਉਨ੍ਹਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। 2019 ਵਿੱਚ ਇਸ ਤਰ੍ਹਾਂ ਦੇ ਉਮੀਦਵਾਰਾਂ ਦੀ ਗਿਣਤੀ 47% ਦੱਸੀ ਗਈ ਤੇ 2020 ਦੇ ਵਿੱਚ 63%। ਇਸ ਤੋਂ ਇਲਾਵਾ ਭਾਰਤ ਤੋਂ ਇਨਵਾਈਟ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ 10% 2020 ਦੌਰਾਨ ਘੱਟ ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ 18% ਸੀ। ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਾਲ 2020 ਦੌਰਾਨ ਕੈਨੇਡਾ ਦੇ ਵਿੱਚ ਰਹਿੰਦੇ 67,570, ਭਾਰਤ ਤੋਂ 11,259, ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ 7,266, ਨਾਈਜੀਰੀਆ ਤੋਂ 4,095, ਯੂਨਾਈਟਿਡ ਅਰਬ ਐਮੀਰੇਟਸ ਤੋਂ 1,412, ਪਾਕਿਸਤਾਨ ਤੋਂ 1,309, ਆਸਟ੍ਰੇਲੀਆ ਤੋਂ 1,081, ਲਿਬਨਾਨ ਤੋਂ 998, ਪੀਪਲਜ਼ ਰਿਪਬਲਿਕ ਆਫ ਚਾਈਨਾ ਤੋਂ 916, ਮੋਰੋਕੋ ਤੋਂ 850 ਅਤੇ ਬਾਕੀ ਦੇਸ਼ਾਂ ਤੋਂ 10,594 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ, ਜਿਨ੍ਹਾਂ ਦੀ ਕੁੱਲ ਮਿਲਾ ਕੇ ਗਿਣਤੀ 1,07,350 ਬਣਦੀ ਹੈ। ਅਲਬਰਟਾ ਤੋਂ ਖਬਰ ਸਾਹਮਣੇ ਆਈ ਜਿੱਥੇ ਕਈ ਹੈਲਥ ਕੇਅਰ ਵਰਕਰਸ ਉੱਪਰ ਕਾਰਵਾਈ ਕੀਤੀ ਗਈ। ਇਹ ਉਹ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ। ਅਲਬਰਟਾ ਵਿੱਚ ਇਨ੍ਹਾਂ ਹੈਲਥ ਕੇਅਰ ਵਰਕਰਸ ਦੇ ਵਾਸਤੇ ਕੋਵਿਡ-19 ਵੈਕਸੀਨ ਲਾਜ਼ਮੀ ਕੀਤੀ ਗਈ ਸੀ ਤੇ ਹੁਣ 1,000 ਤੋਂ ਵੱਧ ਅਜਿਹੇ ਕਰਮਚਾਰੀ ਨੇ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਤੇ ਉਹਨਾਂ ਉੱਪਰ ਕਾਰਵਾਈ ਕਰਦਿਆਂ ਅਨਪੇਡ ਲੀਵ ਤੇ ਭੇਜ ਦਿੱਤਾ ਗਿਆ। ਅਲਬਰਟਾ ਵਿੱਚ ਜਿਹੜੇ ਸਿਹਤ ਕਰਮਚਾਰੀਆਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਗਈ ਸੀ, ਉਹਨਾਂ ਨੂੰ ਅਨਪੇਡ ਲੀਵ ਉੱਪਰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ 1,650 ਦੇ ਕਰੀਬ ਅਨਵੈਕਸੀਨੇਟਡ ਹੈਲਥ ਕੇਅਰ ਵਰਕਰਸ ਤੇ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿੱਚ ਫੁੱਲ ਟਾਈਮ ਅਤੇ ਪਾਰਟ ਟਾਈਮ ਵਰਕਰ ਦੋਨੋਂ ਸ਼ਾਮਿਲ ਨੇ ਜਿਨ੍ਹਾਂ ਉੱਪਰ ਕਾਰਵਾਈ ਕੀਤੀ ਗਈ। ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਕ ਦੱਸਿਆ ਗਿਆ ਹੈ ਕਿ ਕਿੰਨੇ ਹੈਲਥ ਕੇਅਰ ਵਰਕਰਸ ਉੱਪਰ ਕਾਰਵਾਈ ਕੀਤੀ ਗਈ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲਗਵਾਈ। ਇਹ ਵੀ ਦੱਸਿਆ ਗਿਆ ਹੈ ਕਿ 97% ਹੈਲਥ ਕੇਅਰ ਵਰਕਰਸ ਜਿਨ੍ਹਾਂ ਵਿੱਚ ਫੁੱਲ ਟਾਈਮ ਅਤੇ ਪਾਰਟ ਟਾਈਮ ਦੋਨੋਂ ਸ਼ਾਮਿਲ ਨੇ, ਉਹਨਾਂ ਵੱਲੋਂ ਵੈਕਸੀਨ ਹਾਸਲ ਕੀਤੀ ਗਈ ਹੈ। ਦੱਸ ਦਈਏ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਈਆਂ ਵਾਸਤੇ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ ਸੀ। ਅਲਬਰਟਾ ਵੱਲੋਂ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਦਿਆਂ ਹੈਲਥ ਸਰਵਿਸਿਜ਼ EMPLOYEES ਵਾਸਤੇ ਇਹ ਨਿਯਮ ਲਿਆਂਦਾ ਗਿਆ ਕਿ ਉਹਨਾਂ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕਰ ਲੈਣ, ਪਰ ਜਿਨ੍ਹਾਂ ਵੱਲੋਂ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ, ਉਹਨਾਂ ਉੱਪਰ ਹੁਣ ਕਾਰਵਾਈ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਅਲਬਰਟਾ ਤੋਂ ਸਾਹਮਣੇ ਆਈ। ਓਨਟਾਰੀਓ ਵੱਲੋਂ ਬੂਸਟਰ ਸ਼ਾਟ ਬਾਰੇ ਅੱਜ ਇੱਕ ਵੱਡਾ ਐਲਾਨ ਕੀਤਾ ਗਿਆ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਸੋਮਵਾਰ ਤੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਬੂਸਟਰ ਸ਼ਾਟ ਹਾਸਲ ਕਰ ਸਕਣਗੇ। ਦੱਸ ਦਈਏ ਕਿ ਇਸ ਸਮੇਂ ਕੋਰੋਨਾ ਵੇਰੀਐਂਟ ਦਾ ਜੋ ਨਵਾਂ ਰੂਪ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਓਨਟਾਰੀਓ ਵਿੱਚ ਵੀ ਇਸ ਨਾਲ ਸੰਬੰਧਿਤ ਕਈ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਬੂਸਟਰ ਸ਼ਾਟ ਸੰਬੰਧੀ ਅੱਜ ਐਲਾਨ ਕੀਤਾ ਗਿਆ। ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੂਸਟਰ ਸ਼ਾਟ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਹੁਣ ਓਨਟਾਰੀਓ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਹਾਸਲ ਕਰ ਸਕਣਗੇ। ਇਸ ਦੀ ਸ਼ੁਰੂਆਤ ਸੋਮਵਾਰ ਤੋਂ ਹੋਣ ਜਾ ਰਹੀ ਹੈ, ਜਿਸ ਬਾਰੇ ਸੂਬਾ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਦੱਸ ਦਈਏ ਕਿ ਓਨਟਾਰੀਓ ਤੋਂ ਰੋਜ਼ਾਨਾ 1,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਤੇ ਇੱਥੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਵੀ ਸਾਹਮਣੇ ਆ ਰਹੇ ਨੇ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਚਿੰਤਾ ਦਾ ਪ੍ਰਗਟਾਵਾ ਤਾਂ ਪਹਿਲਾਂ ਹੀ ਕੀਤਾ ਜਾ ਰਿਹਾ ਸੀ ਤੇ ਹੁਣ ਉਹਨਾਂ ਵੱਲੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸੂਬੇ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਸੋਮਵਾਰ ਤੋਂ ਕੋਵਿਡ-19 ਵੈਕਸੀਨ ਬੂਸਟਰ ਸ਼ਾਟ ਹਾਸਲ ਕਰ ਸਕਣਗੇ। ਇਸ ਫੈਸਲੇ ਬਾਰੇ ਇੱਥੋਂ ਦੇ ਪ੍ਰੀਮੀਅਰ ਡਾਕਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਵਾਸੀਆਂ ਦੀ ਸੁਰੱਖਿਆ ਵਾਸਤੇ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੱਸ ਦਈਏ ਕਿ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ ਕੇਸਿਸ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਵਧਦੇ ਹੋਏ ਦਿਖਾਈ ਦੇ ਰਹੇ ਨੇ। ਦੂਜੇ ਪਾਸੇ ਜੋ ਓਮਿਕਰੌਨ ਵੇਰੀਐਂਟ ਸਾਹਮਣੇ ਆਇਆ, ਉਸ ਨੂੰ ਲੈ ਕੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਓਨਟਾਰੀਓ ਤੋਂ ਇਲਾਵਾ ਕਈ ਅਜਿਹੇ ਸੂਬੇ ਨੇ ਜਿਨ੍ਹਾਂ ਵੱਲੋਂ ਬੂਸਟਰ ਸ਼ਾਟ ਬਾਰੇ ਰეკਮੈਂਡੇਸ਼ਨ ਦੱਸੀ ਜਾ ਰਹੀ ਹੈ ਤੇ ਹੁਣ ਓਨਟਾਰੀਓ ਵੱਲੋਂ ਵੀ ਫੈਸਲਾ ਲਿਆ ਗਿਆ ਹੈ ਕਿ ਸੋਮਵਾਰ ਤੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਹਾਸਲ ਕਰ ਸਕਣਗੇ।
ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਬੂਸਟਰ ਸ਼ਾਟ ਉਹਨਾਂ ਦੇ ਲੱਗ ਸਕੇਗਾ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦਾ ਦੂਸਰਾ ਟੀਕਾ 6 ਮਹੀਨੇ ਪਹਿਲਾਂ ਲੱਗਿਆ ਹੋਇਆ ਹੈ। And what we just need to be aware of is it's really unprecedented. So this is like, that's like 2.0 or 3.0 of this virus. And we just need to deal with it right now, even though we don't want to. You know, the case numbers will grow in any case a lot. Again, the problem is we're really still protected against hospital admission and ICU admission. But in a way, we go back to square one if we're more than 3 months down the line after the second dose regarding infection. So there will be a lot of people who are actually will be experiencing infection, even though they have had 2 doses, or it can even happen with 3 doses. If you have had 3 doses, your risk is, based on preliminary data, all is preliminary right now, reduced about 75%, meaning a 4-fold decrease in the risk. But if you just have 2 doses, and like me, 6 months down the line, my risk to get infected is as high as somebody who was never vaccinated. But the same also holds for people who were infected before. They have, again, a 100% risk to get reinfected. That's a reality. And what we then have is a large amount of people who are infected. And then we have the smaller pool, but it's still far too large, of the unvaccinated, uninfected. They have a really high risk to end up in our hospitals and the ICUs. Statistics Canada ਵੱਲੋਂ ਮਹਿੰਗਾਈ ਦਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਨਵੰਬਰ ਮਹੀਨੇ ਮਹਿੰਗਾਈ ਕਿੰਨੀ ਦਰਜ ਕੀਤੀ ਗਈ। ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਨੇ ਤੇ ਜਿਸ ਤਰ੍ਹਾਂ ਅਕਤੂਬਰ ਮਹੀਨੇ ਦੌਰਾਨ ਮਹਿੰਗਾਈ ਦਰ ਦਰਜ ਕੀਤੀ ਗਈ ਸੀ, ਉਸੇ ਤਰ੍ਹਾਂ ਨਵੰਬਰ ਮਹੀਨੇ ਵੀ ਇਨਫਲੇਸ਼ਨ ਰੇਟ ਨਜ਼ਰ ਆਇਆ। ਕੈਨੇਡਾ ਤੋਂ ਮਹਿੰਗਾਈ ਦਰ ਬਾਰੇ ਜਾਣਕਾਰੀ ਸਾਹਮਣੇ ਆਈ, ਜਿਸ ਦੇ ਮੁਤਾਬਕ ਕੈਨੇਡਾ ਦੀ ਮਹਿੰਗਾਈ ਦਰ 4.7% ਦੇ ਰਿਕਾਰਡ ਪੱਧਰ ਉੱਪਰ ਅਜੇ ਵੀ ਬਰਕਰਾਰ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨਵੰਬਰ ਮਹੀਨੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮਹੀਨੇ ਮਹਿੰਗਾਈ ਦਰ ਕਿੰਨੀ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 4.7% ਰਿਕਾਰਡ ਕੀਤੀ ਗਈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਦੌਰਾਨ ਵੀ ਮਹਿੰਗਾਈ ਦਰ ਇਸੇ ਤਰ੍ਹਾਂ ਰਿਕਾਰਡ ਕੀਤੀ ਗਈ ਸੀ। ਏਜੰਸੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ 2003 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਵੱਧ ਮਹਿੰਗਾਈ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀ US ਦੀ ਮਹਿੰਗਾਈ ਬਾਰੇ ਵੀ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਪਤਾ ਚੱਲਿਆ ਕਿ ਪਿਛਲੇ 40 ਸਾਲਾਂ ਦਾ ਰਿਕਾਰਡ ਟੁੱਟ ਗਿਆ, ਕਿਉਂਕਿ ਇੱਥੇ ਨਵੰਬਰ ਮਹੀਨੇ ਦੌਰਾਨ ਮਹਿੰਗਾਈ ਦਰ 6.8% ਦਰਜ ਕੀਤੀ ਗਈ। ਕੈਨੇਡਾ ਵਿੱਚ ਨਵੰਬਰ ਮਹੀਨੇ ਗੈਸ ਦੀਆਂ ਕੀਮਤਾਂ ਵਿੱਚ 43.6% ਦਾ ਵਾਧਾ, ਗਰੋਸਰੀ ਦੀਆਂ ਕੀਮਤਾਂ ਵਿੱਚ 4.7% ਦਾ ਵਾਧਾ ਦਰਜ ਕੀਤਾ ਗਿਆ। ਸਾਲ 2015 ਤੋਂ ਬਾਅਦ ਇਹ ਸਭ ਤੋਂ ਤੇਜ਼ੀ ਨਾਲ ਹੋਣ ਵਾਲਾ ਵਾਧਾ ਹੈ। ਇਸ ਤੋਂ ਇਲਾਵਾ ਫਰਨੀਚਰ ਦੀਆਂ ਕੀਮਤਾਂ ਵਿੱਚ 8.7% ਦਾ ਵਾਧਾ ਵੀ ਰਿਕਾਰਡ ਕੀਤਾ ਗਿਆ ਹੈ। ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਵਿੱਚ ਵੀ ਇਸ ਨਾਲ ਸੰਬੰਧਿਤ ਕਈ ਮਾਮਲੇ ਦਰਜ ਕੀਤੇ ਗਏ। ਹੁਣ ਕਈ ਸੂਬਿਆਂ ਵੱਲੋਂ ਇਸ ਬਾਰੇ ਤਾਜ਼ਾ ਨਿਯਮ ਐਲਾਨ ਕੀਤੇ ਗਏ ਨੇ। ਕੁਝ ਸੂਬਿਆਂ ਵੱਲੋਂ ਸਖਤੀ ਕੀਤੀ ਗਈ। ਕੀ ਹੈ ਇੱਥੇ ਮਾਹੌਲ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਕਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ। ਕੈਨੇਡਾ ਵੱਲੋਂ ਵੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਨਵੇਂ ਨਿਯਮ ਐਲਾਨ ਕੀਤੇ ਜਾ ਰਹੇ ਨੇ। ਹਾਲ ਹੀ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰ ਨਾਲ ਮੌਜੂਦਾ ਹਾਲਾਤਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਸੂਬਿਆਂ ਵੱਲੋਂ ਹੁਣ ਕੁਝ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਓਨਟਾਰੀਓ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਲੌਂਗ ਟਰਮ ਕੇਅਰ ਹੋਮਸ ਵਿੱਚ ਕੋਵਿਡ-19 ਟੈਸਟਿੰਗ ਨੂੰ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਿਜ਼ਿਟਰਸ ਦੇ ਉੱਪਰ ਵੀ ਕੁਝ ਹੋਰ ਹਦਾਇਤਾਂ ਲਗਾਈਆਂ ਜਾਣਗੀਆਂ। ਇਹ ਫੈਸਲਾ ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾ ਰਿਹਾ ਹੈ। ਦੂਜੇ ਪਾਸੇ ਕਿਊਬਿਕ ਵੱਲੋਂ ਵੀ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਸੰਬੰਧੀ ਕਦਮ ਚੁੱਕੇ ਜਾ ਰਹੇ ਨੇ। ਕਿਊਬਿਕ ਵੱਲੋਂ ਬੂਸਟਰ ਸ਼ਾਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਊਬਿਕ ਵਾਸੀਆਂ ਨੂੰ ਕੋਵਿਡ-19 ਰੈਪਿਡ ਟੈਸਟ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਿਊਬਿਕ ਵੱਲੋਂ ਇੱਥੋਂ ਦੇ ਵਸਨੀਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹੁਣ ਵਰਕ ਫਰੋਮ ਹੋਮ ਕਰਨ। ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਥੇ ਆਮ ਲੋਕਾਂ ਨੂੰ ਰੈਪਿਡ ਕੋਵਿਡ-19 ਟੈਸਟ ਮੁਹੱਈਆ ਕਰਵਾਏ ਜਾਣਗੇ। ਇਨ੍ਹਾਂ ਵਾਸਤੇ ਮੈਨੀਟੋਬਾ ਵਾਸੀਆਂ ਨੂੰ ਕੋਈ ਵੀ ਕੀਮਤ ਨਹੀਂ ਦੇਣੀ ਪਏਗੀ। ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਵੀ ਫੈਸਲਾ ਲਿਆ ਗਿਆ, ਜਿੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਜਿਹੜੇ ਵੀ ਲੋਕ ਆਉਣਗੇ ਉਨ੍ਹਾਂ ਨੂੰ ਆਈਸੋਲੇਟ ਕਰਨਾ ਜ਼ਰੂਰੀ ਹੋਵੇਗਾ। ਇਹ ਆਈਸੋਲੇਸ਼ਨ ਉਦੋਂ ਤੱਕ ਹੋਵੇਗੀ ਜਦੋਂ ਤੱਕ ਉਨ੍ਹਾਂ ਦੇ ਕੋਵਿਡ-19 ਟੈਸਟ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਪ੍ਰਾਈਵੇਟ ਇਨਡੋਰ ਗੈਦਰਿੰਗ 20 ਲੋਕਾਂ ਤੱਕ ਲਿਮਿਟਡ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਫੈਲਾਅ ਦੇਖਿਆ ਜਾ ਰਿਹਾ ਹੈ ਤੇ ਹੁਣ ਕਈ ਸੂਬਿਆਂ ਵਿੱਚ ਨਵੇਂ ਵੇਰੀਐਂਟ ਦਾ ਫੈਲਾਅ ਵੀ ਨਜ਼ਰ ਆਉਣ ਲੱਗਿਆ ਹੈ। ਰੋਜ਼ਾਨਾ ਓਨਟਾਰੀਓ ਤੋਂ 1000 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਰਹੇ ਨੇ ਤੇ ਕਿਊਬੈਕ ਤੋਂ ਵੀ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਜਾ ਰਹੇ ਹਨ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸੂਬੇ ਨਵੇਂ ਫੈਸਲੇ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ। ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਅਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਧਿਆਨ ਵਿੱਚ ਰੱਖਦਿਆਂ ਹੁਣ ਵੱਖ-ਵੱਖ ਸੂਬਿਆਂ ਵੱਲੋਂ ਬੂਸਟਰ ਸ਼ਾਟ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕਈ ਸੂਬਿਆਂ ਵੱਲੋਂ ਇਸ ਦੀ ਐਲੀਜੀਬਿਲਟੀ ਨੂੰ ਐਕਸਪੈਂਡ ਕੀਤਾ ਗਿਆ। ਜਿਨ੍ਹਾਂ ਵੱਲੋਂ 6 ਮਹੀਨੇ ਪਹਿਲਾਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਸੀ ਉਹ ਹੁਣ ਬੂਸਟਰ ਸ਼ਾਟ ਵੀ ਲਗਵਾ ਸਕਦੇ ਨੇ। ਸੂਬਿਆਂ ਵਿੱਚ ਇਸ ਸੰਬੰਧੀ ਕੀ ਯੋਜਨਾ ਹੈ, ਜਾਣੋ ਇਸ ਖਬਰ ਰਾਹੀਂ। ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਸੂਬਿਆਂ ਵੱਲੋਂ ਬੂਸਟਰ ਸ਼ਾਟ ਬਾਰੇ ਆਪਣੀ ਯੋਜਨਾ ਸਾਂਝੀ ਕਰ ਦਿੱਤੀ ਗਈ ਹੈ। ਓਮਿਕਰੌਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡੀਅਨਸ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਬੂਸਟਰ ਸ਼ਾਟ ਵੀ ਹਾਸਲ ਕਰ ਲੈਣ ਤਾਂ ਕਿ ਉਹਨਾਂ ਨੂੰ ਇਸ ਵੇਰੀਐਂਟ ਦੇ ਖਿਲਾਫ ਸੁਰੱਖਿਆ ਮੁਹੱਈਆ ਹੋ ਸਕੇ। ਦੱਸੀਏ ਕਿ 3 ਦਸੰਬਰ ਨੂੰ NACI ਵੱਲੋਂ ਰეკਮੈਂਡ ਕੀਤਾ ਗਿਆ ਸੀ ਕਿ ਜਿਨ੍ਹਾਂ ਦੀ ਉਮਰ 50 ਸਾਲ ਤੇ ਇਸ ਤੋਂ ਵੱਧ ਹੈ, ਲੌਂਗ ਟਰਮ ਕੇਅਰ ਹੋਮ ਸੇ ਰੈਜ਼ੀਡੈਂਟਸ ਤੇ ਬਾਕੀ ਸੀਨੀਅਰਸ ਕੋਵਿਡ-19 ਬੂਸਟਰ ਸ਼ਾਟ ਜ਼ਰੂਰ ਹਾਸਲ ਕਰਨ। ਇਸ ਤੋਂ ਬਾਅਦ NACI ਵੱਲੋਂ ਇਹ ਵੀ ਕਿਹਾ ਗਿਆ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਬੂਸਟਰ ਸ਼ਾਟ ਆਫਰ ਕੀਤਾ ਜਾ ਸਕਦਾ ਹੈ। 12 ਨਵੰਬਰ ਨੂੰ ਹੈਲਥ ਕੈਨੇਡਾ ਵੱਲੋਂ ਮਾਡਰਨਾ ਦੇ ਕੋਵਿਡ-19 ਬੂਸਟਰ ਸ਼ਾਟ ਨੂੰ ਮਾਨਤਾ ਦਿੱਤੀ ਗਈ। ਇਹ ਮਾਨਤਾ ਉਹਨਾਂ ਵੱਲੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਦੇ ਦਿੱਤੀ ਗਈ। ਹੈਲਥ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ 6 ਮਹੀਨੇ ਪਹਿਲਾਂ ਹਾਸਲ ਕੀਤੀ ਹੈ ਉਹ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਇਸ ਤੋਂ ਪਹਿਲਾਂ 9 ਨਵੰਬਰ ਨੂੰ ਫਾਈਜ਼ਰ ਦੇ ਬੂਸਟਰ ਸ਼ਾਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਸੀ। ਇਹ ਵੀ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਜਿਨ੍ਹਾਂ ਦੀ ਉਮਰ 65 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਇੰਡੀਜੀਅਸ ਪੀਪਲ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਇਸ ਤੋਂ ਬਾਅਦ ਜਨਵਰੀ 2022 ਤੋਂ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ ਉਹ ਵੀ ਇਸ ਬੂਸਟਰ ਸ਼ਾਟ ਵਾਸਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਅਲਬਰਟਾ ਵੱਲੋਂ 1 ਦਸੰਬਰ ਨੂੰ ਐਲਾਨ ਕੀਤਾ ਗਿਆ ਕਿ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਬੂਸਟਰ ਸ਼ਾਟ ਮੁਹੱਈਆ ਹੋਣਗੇ। 6 ਦਸੰਬਰ ਤੋਂ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਲਈ ਬੂਸਟਰ ਸ਼ਾਟ ਸੰਬੰਧੀ ਬੁਕਿੰਗ ਓਪਨ ਕਰ ਦਿੱਤੀ ਗਈ। ਸਸਕੈਚੁਆਨ ਵਿੱਚ ਜਿਨ੍ਹਾਂ ਦੀ ਉਮਰ 50 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਇੰਡੀਜੀਅਸ ਪੀਪਲ ਹੈਲਥ ਕੇਅਰ ਵਰਕਰਸ ਕੋਵਿਡ-19 ਵੈਕਸੀਨ ਦਾ ਤੀਸਰਾ ਡੋਜ਼ ਹਾਸਲ ਕਰ ਸਕਦੇ ਨੇ। ਮੈਨੀਟੋਬਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਬੂਸਟਰ ਸ਼ਾਟ ਲਗਵਾ ਸਕਦੇ ਨੇ, ਪਰ ਜ਼ਰੂਰੀ ਹੈ ਕਿ ਕੋਵਿਡ-19 ਵੈਕਸੀਨ ਦਾ ਦੂਸਰਾ ਡੋਜ਼ 6 ਮਹੀਨੇ ਪਹਿਲਾਂ ਲੱਗਾ ਹੋਵੇ। ਓਨਟਾਰੀਓ ਵਿੱਚ 13 ਦਸੰਬਰ ਨੂੰ ਬੂਸਟਰ ਸ਼ਾਟ ਐਲੀਜੀਬਿਲਟੀ ਬਾਰੇ ਐਲਾਨ ਕੀਤਾ ਗਿਆ। ਇੱਥੇ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੌਂਗ ਟਰਮ ਕੇਅਰ ਹੋਮਸ ਐਂਡ ਰਿਟਾਇਰਡ ਹੋਮਸ ਦੇ ਵਿੱਚ ਰਹਿਣ ਵਾਲੇ ਰੈਜ਼ੀਡੈਂਟ ਹੈਲਥ ਕੇਅਰ ਵਰਕਰਸ ਇੰਡੀਜੀਅਸ ਪੀਪਲ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਇਸ ਤੋਂ ਇਲਾਵਾ 4 ਜਨਵਰੀ ਤੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਵੀ ਬੂਸਟਰ ਸ਼ਾਟ ਵਾਸਤੇ ਬੁਕਿੰਗ ਕਰਵਾ ਸਕਣਗੇ। ਕਿਊਬੈਕ ਵਿੱਚ 60 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਬੂਸਟਰ ਸ਼ਾਟ ਰეკਮੈਂਡ ਕੀਤਾ ਜਾ ਰਿਹਾ ਹੈ। ਨਿਊ ਬਰਨਸਵਿਕ ਵਿੱਚ ਮੌਜੂਦਾ ਸਮੇਂ 50 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਫਰਸਟ ਨੇਸ਼ਨ ਇੰਡੀਵਿਜੂਅਲ ਲੌਂਗ ਟਰਮ ਕੇਅਰ ਫੈਸਿਲਿਟੀ ਵਿੱਚ ਰਹਿਣ ਵਾਲੇ ਰੈਜ਼ੀਡੈਂਟ ਬੂਸਟਰ ਸ਼ਾਟ ਲਗਵਾ ਸਕਦੇ ਹਨ। ਨੋਵਾ ਸਕੋਸ਼ੀਆ ਵੱਲੋਂ ਬੂਸਟਰ ਸ਼ਾਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਜਿਨ੍ਹਾਂ ਦੀ ਉਮਰ 60 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਫਰੰਟਲਾਈਨ ਹੈਲਥ ਕੇਅਰ ਵਰਕਰਸ, ਕਮਿਊਨਿਟੀ ਹੈਲਥ ਕੇਅਰ ਵਰਕਰਸ ਇਹ ਬੂਸਟਰ ਸ਼ਾਟ ਲਗਵਾ ਸਕਦੇ ਨੇ। ਪ੍ਰਿੰਸ ਐਡਵਰਡ ਆਈਲੈਂਡ ਵਿੱਚ ਜਿਨ੍ਹਾਂ ਦੀ ਉਮਰ 18 ਸਾਲ ਜਾਂ ਫਿਰ ਇਸ ਤੋਂ ਵੱਧ ਹੈ, ਇੰਡੀਜੀਅਸ ਪੀਪਲ ਲੌਂਗ ਟਰਮ ਕੇਅਰ ਅਤੇ ਕਮਿਊਨਿਟੀ ਕੇਅਰ ਫੈਸਿਲਿਟੀਜ਼ ਵਿੱਚ ਰਹਿਣ ਵਾਲੇ ਰੈਜ਼ੀਡੈਂਟ ਕੋਵਿਡ-19 ਵੈਕਸੀਨ ਦਾ ਤੀਸਰਾ ਡੋਜ਼ ਹਾਸਲ ਕਰ ਸਕਦੇ ਹਨ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਿਕਰੌਨ ਜੋ ਸਾਹਮਣੇ ਆਇਆ ਉਸ ਤੋਂ ਬਾਅਦ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ, ਪਰ ਇੱਕ ਮਾਹਰ ਵੱਲੋਂ ਇਸ ਬਾਰੇ ਦਾਅਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਫਲੂ ਨਾਲੋਂ ਵੱਧ ਮਾੜਾ ਨਹੀਂ ਹੋ ਸਕਦਾ। ਐਕਸਪਰਟ ਵੱਲੋਂ ਇਸ ਬਾਰੇ ਕੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਸੰਬੰਧੀ ਇੱਕ ਮਾਹਰ ਵੱਲੋਂ ਦਾਅਵਾ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕੋਰੋਨਾ ਵਾਇਰਸ ਦਾ ਵੇਰੀਐਂਟ ਫਲੂ ਨਾਲੋਂ ਵੱਧ ਬੁਰਾ ਨਹੀਂ ਹੋ ਸਕਦਾ। ਐਕਸਪਰਟ ਦਾ ਕਹਿਣਾ ਹੈ ਕਿ ਬ੍ਰਿਟੇਨ ਵਿੱਚ ਜੋ ਇਸ ਸਮੇਂ ਓਮਿਕਰੌਨ ਵੇਵ ਨਜ਼ਰ ਆ ਰਹੀ ਹੈ ਉਹ ਫਲੂ ਪੈਂਡੈਮਿਕ ਤੋਂ ਜ਼ਿਆਦਾ ਵਰਸ ਨਹੀਂ ਹੋਵੇਗੀ। ਇਹ ਵਿਚਾਰ ਉਹਨਾਂ ਵੱਲੋਂ ਇੱਕ ਵੱਡੀ ਸਟੱਡੀ ਕਰਵਾਏ ਜਾਣ ਤੋਂ ਬਾਅਦ ਸਾਂਝੇ ਕੀਤੇ ਗਏ। ਦੱਸ ਦਈਏ ਕਿ ਇਸ ਬਾਰੇ ਜੋ ਇੰਡੀਕੇਸ਼ਨ ਸਾਹਮਣੇ ਆਏ ਨੇ ਉਸ ਮੁਤਾਬਕ ਡੈਲਟਾ ਵੇਰੀਐਂਟ ਦੇ ਮੁਕਾਬਲੇ ਓਮਿਕਰੌਨ ਵੇਰੀਐਂਟ ਘੱਟ ਖਤਰਨਾਕ ਹੈ, ਪਰ ਇਸ ਦਾ ਫੈਲਾਅ ਤੇਜ਼ੀ ਨਾਲ ਜ਼ਰੂਰ ਹੋ ਰਿਹਾ ਹੈ। ਇਸ ਸੰਬੰਧੀ ਜੋ ਸਟੱਡੀ ਕਰਵਾਈ ਗਈ ਉਸ ਵਿੱਚ ਸਾਊਥ ਅਫਰੀਕਾ ਤੋਂ ਜੋ ਇਸ ਵੇਰੀਐਂਟ ਦੇ 78000 ਕੇਸ ਸਾਹਮਣੇ ਆਏ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਪਤਾ ਚੱਲਿਆ ਹੈ ਕਿ ਡੈਲਟਾ ਵੇਰੀਐਂਟ ਦੇ ਮੁਕਾਬਲੇ ਇਹ ਵੇਰੀਐਂਟ ਘੱਟ ਖਤਰਨਾਕ ਹੈ। ਸਟੱਡੀ ਦੇ ਮੁਤਾਬਕ ਬਹੁਤ ਘੱਟ ਗਿਣਤੀ ਵਿੱਚ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਓਮਿਕਰੌਨ ਕਾਰਨ ਇੰਟੈਂਸਿਵ ਕੇਅਰ ਦੀ ਜ਼ਰੂਰਤ ਪਈ ਹੋਵੇ। ਸਿਰਫ 5% ਹੀ ICU ਵਿੱਚ ਭਰਤੀ ਕੀਤੇ ਗਏ, ਜਦਕਿ ਡੈਲਟਾ ਵਿੱਚ ਇਸ ਦੀ ਗਿਣਤੀ 22% ਦੱਸੀ ਗਈ ਸੀ।
ਇਸ ਸਭ ਬਾਰੇ ਗਵਰਨਮੈਂਟ ਕੋਵਿਡ ਐਡਵਾਈਜ਼ਰ ਪ੍ਰੋਫੈਸਰ ਰੋਬਰਟ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪੈਨਿਕ ਅਨਜਸਟੀਫਾਈਡ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਸਭ ਤੋਂ ਪਹਿਲਾਂ ਸਾਊਥ ਅਫਰੀਕਾ ਤੋਂ ਸਾਹਮਣੇ ਆਇਆ ਸੀ। ਬਾਅਦ ਵਿੱਚ ਇਸ ਦਾ ਫੈਲਾਅ ਹੁਣ ਕਈ ਦੇਸ਼ਾਂ ਵਿੱਚ ਨਜ਼ਰ ਆ ਰਿਹਾ ਹੈ। ਕੈਨੇਡਾ ਸਮੇਤ ਕਈ ਦੇਸ਼ਾਂ ਵੱਲੋਂ ਇਸ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਖਾਸ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਆਉਣ ਵਾਲੇ ਯਾਤਰੀਆਂ ਸੰਬੰਧੀ ਸਖਤੀ ਕੀਤੀ ਗਈ ਤੇ ਅੱਜ ਕੈਨੇਡਾ ਵੱਲੋਂ ਐਲਾਨ ਕਰਦਿਆਂ ਕੈਨੇਡੀਅਨਸ ਨੂੰ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਵੱਲੋਂ ਕੈਨੇਡਾ ਵਾਸੀਆਂ ਨੂੰ ਸਲਾਹ ਦਿੱਤੀ ਗਈ ਕਿ ਇਹ ਸਹੀ ਵੇਲਾ ਨਹੀਂ ਹੈ ਤੇ ਇਸ ਦੌਰਾਨ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ। ਅਲਬਰਟਾ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੂਸਟਰ ਸ਼ਾਟ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਹੌਲੀਡੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਕੱਠ ਵਿੱਚ ਰਾਹਤ ਵੀ ਦਿੱਤੀ ਗਈ ਹੈ। ਅਲਬਰਟਾ ਵਿੱਚ ਇਸ ਬਾਰੇ ਕੀ ਐਲਾਨ ਕੀਤਾ ਗਿਆ ਕਿ ਜਾਣਕਾਰੀ ਸਾਹਮਣੇ ਆਈ ਹੈ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ ਵਿੱਚ। ਅਲਬਰਟਾ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤ ਅਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਧਿਆਨ ਵਿੱਚ ਰੱਖਦਿਆਂ ਕੁਝ ਨਵੇਂ ਨਿਯਮ ਐਲਾਨੇ ਗਏ। ਜਾਣਕਾਰੀ ਮੁਤਾਬਕ ਇੱਥੇ ਰੈਪਿਡ ਟੈਸਟ ਦੀ ਅਵੇਲੇਬਿਲਿਟੀ ਐਕਸਪੈਂਡ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਤੋਂ ਕੋਰੋਨਾ ਵੈਕਸੀਨ ਦੇ ਤੀਸਰੇ ਡੋਜ਼ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਮੁਤਾਬਕ ਹੁਣ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਤੇ ਸਾਰੇ ਹੈਲਥ ਕੇਅਰ ਵਰਕਰਸ ਬੂਸਟਰ ਸ਼ਾਟ ਲਗਵਾ ਸਕਣਗੇ। ਇਸ ਸਭ ਬਾਰੇ ਇੱਥੋਂ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਐਲਾਨ ਕੀਤਾ ਗਿਆ। ਇੰਨਾ ਹੀ ਨਹੀਂ, ਹੌਲੀਡੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਲਬਰਟਾ ਵੱਲੋਂ ਕੁਝ ਰਾਹਤ ਵੀ ਦਿੱਤੀ ਗਈ ਹੈ। ਅਲਬਰਟਾ ਵੱਲੋਂ ਜੋ ਇੰਡੋਰ ਗੈਦਰਿੰਗ 2 ਹਾਊਸਹੋਲਡ ਤੱਕ ਲਿਮਿਟ ਕੀਤੀ ਗਈ ਸੀ, ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਅਨਵੈਕਸੀਨੇਟਡ ਹਨ, ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਸੋਸ਼ਲ ਗੈਦਰਿੰਗ ਅਟੈਂਡ ਅਤੇ ਹੋਸਟ ਕਰ ਸਕਦੇ ਨੇ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇੱਥੇ 90% ਤੋਂ ਵੱਧ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਸੂਬੇ ਵਿੱਚ ਹੁਣ ਰੈਪਿਡ ਟੈਸਟ ਕਿਟ ਵੀ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਬਿਲਕੁਲ ਮੁਫਤ ਹੋਵੇਗੀ। ਇਸ ਤੋਂ ਇਲਾਵਾ ਪ੍ਰੀਮੀਅਰ ਜੇਸਨ ਕੈਨੀ ਦਾ ਹੋਰ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Every restriction has negative consequences. Collectively, all of these restrictions, enduring over a long period of time, have negative outcomes in terms of people's emotional and mental well-being, and sometimes that is expressed, Rick, as you know, in very serious ways. I mean, let's not put our head in the sand about the emerging data on a decline in child mental health and emotional well-being during the COVID era, with all the dislocation, separation from their friends. Let's face up to the significant increase in addictions and opioid overdoses, which I think is rather obviously connected to the anxiety and dislocation of the COVID era, the restrictions that have been part of it. Let's look at the data about increased family and domestic violence and spousal abuse and so much more that lies below the surface, but we all know about in our lives. And so we just have to be mindful of that. The notion that we could just, cancel Christmas in an excess of caution for the second time, where grandchildren can't go and see grandma and grandpa. ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਦੱਸ ਦਈਏ ਕਿ ਓਨਟਾਰੀਓ ਤੋਂ ਰੋਜ਼ਾਨਾ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਤੇ ਕਿਊਬੈਕ ਤੋਂ ਅੱਜ 2000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਹਨਾਂ ਸੂਬਿਆਂ ਵਿੱਚ ਕੀ ਹਾਲਾਤ ਬਣੇ ਹੋਏ ਨੇ, ਦੱਸਾਂਗੇ ਤੁਹਾਨੂੰ ਇਸ ਖਬਰ ਵਿੱਚ। ਓਨਟਾਰੀਓ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਕੇਸਿਸ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇੱਥੇ ਰੋਜ਼ਾਨਾ 1000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 1800 ਦੇ ਕਰੀਬ ਕੇਸਿਸ ਦਰਜ ਕੀਤੇ ਗਏ। ਇਸ ਤੋਂ ਬਾਅਦ ਹੁਣ ਤੱਕ ਸੂਬੇ ਵਿੱਚ ਕੁੱਲ 6,36,920 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ ਇਹਨਾਂ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਇਹਨਾਂ ਵਿੱਚ 625 ਅਨਵੈਕਸੀਨੇਟਡ, 39 ਪਾਰਸ਼ਲੀ ਵੈਕਸੀਨੇਟਡ ਤੇ 1046 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਜਾਣਕਾਰੀ ਮੁਤਾਬਕ 24 ਘੰਟਿਆਂ ਦੌਰਾਨ ਹੀ ਟੋਰਾਂਟੋ ਤੋਂ 343, ਯਾਰਕ ਰੀਜਨ ਤੋਂ 149, ਕਿੰਗਸਟਨ ਏਰੀਆ ਤੋਂ 134, ਪੀਲ ਰੀਜਨ ਤੋਂ 132, ਆਟਵਾ ਤੋਂ 117, ਸਿਮਕੋ ਤੋਂ 114, ਹਾਲਟਨ ਰੀਜਨ ਤੋਂ 112 ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਪ੍ਰੋਵਿੰਸ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 10,093 ਮੌਤਾਂ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੇ ਬਾਰੇ ਆਈ ਜਾਣਕਾਰੀ ਮੁਤਾਬਕ 87.7% ਆਬਾਦੀ ਇੱਥੇ ਫੁੱਲੀ ਵੈਕਸੀਨੇਟਡ ਹੈ ਤੇ 90.3% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੂਬੇ ਵੱਲੋਂ ਅੱਜ ਬੂਸਟਰ ਸ਼ਾਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਕਹਿ ਦਿੱਤਾ ਗਿਆ ਕਿ ਸੋਮਵਾਰ ਤੋਂ 18 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਇੱਥੇ ਬੂਸਟਰ ਸ਼ਾਟ ਲਗਵਾ ਸਕਣਗੇ। ਹੁਣ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੀ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ। ਇਸ ਬਾਰੇ ਆਈ ਜਾਣਕਾਰੀ ਮੁਤਾਬਕ 32.3% ਬੱਚਿਆਂ ਦੀ ਅਜਿਹੀ ਆਬਾਦੀ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕਰ ਲਈ ਗਈ ਹੈ। ਓਨਟਾਰੀਓ ਵਿੱਚ ਐਕਟਿਵ ਕੇਸਿਸ ਦੀ ਗਿਣਤੀ 12,666 ਦੱਸੀ ਗਈ ਤੇ ਰਿਕਵਰਡ ਕੇਸਿਸ ਦਾ ਅੰਕੜਾ 6,14,161 ਦੇ ਉੱਪਰ ਪਹੁੰਚ ਗਿਆ। ਕਿਊਬੈਕ ਤੋਂ ਰੋਜ਼ਾਨਾ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਕਿਊਬੈਕ ਵਿੱਚ 24 ਘੰਟਿਆਂ ਦੌਰਾਨ 2,386 ਕੇਸਿਸ ਦਰਜ ਕੀਤੇ ਗਏ ਤੇ ਇਸ ਦੌਰਾਨ 4 ਮੌਤਾਂ ਵੀ ਇਸ ਵਾਇਰਸ ਕਾਰਨ ਹੋ ਗਈਆਂ। ਸੂਬੇ ਵਿੱਚ ਹੁਣ ਤੱਕ ਕੁੱਲ 4,71,742 ਕੇਸਿਸ ਸਾਹਮਣੇ ਆ ਚੁੱਕੇ ਨੇ ਤੇ 11,622 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। अस्पताल ਵਿੱਚ ਮਰੀਜ਼ਾਂ ਦੀ ਗਿਣਤੀ 309 ਦੇ ਕਰੀਬ ਦੱਸੀ ਗਈ, ਜਿਨ੍ਹਾਂ ਵਿੱਚੋਂ 73 ਇੰਟੈਂਸਿਵ ਕੇਅਰ ਅਧੀਨ ਹਨ। ਇੱਥੇ 88% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ ਤੇ 81% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ ਗਈਆਂ ਨੇ, ਜਿਸ ਦਾ ਮਤਲਬ ਹੈ ਕਿ ਇੰਨੇ ਫੀਸਦੀ ਲੋਕ ਇੱਥੇ ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 1.8 ਮਿਲੀਅਨ ਤੋਂ ਵੱਧ ਕੋਰੋਨਾ ਕੇਸਿਸ ਦਰਜ ਕੀਤੇ ਗਏ। 29,969 ਜਾਨਾਂ ਇਸ ਵਾਇਰਸ ਕਾਰਨ ਜਾ ਚੁੱਕੀਆਂ ਨੇ। ਐਕਟਿਵ ਕੇਸਿਸ ਗਿਣਤੀ 37,807 ਦੇ ਕਰੀਬ ਦੱਸੀ ਗਈ, ਜਿਨ੍ਹਾਂ ਵਿੱਚੋਂ 37,352 ਮਾਈਲਡ ਕੰਡੀਸ਼ਨ ਅਤੇ 455 ਸੀਰੀਅਸ ਕੰਡੀਸ਼ਨ ਵਿੱਚ ਨੇ। ਇਸ ਤੋਂ ਇਲਾਵਾ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਦਾ ਦੱਸਿਆ ਗਿਆ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰਾ ਸੰਬੰਧੀ ਚੇਤਾਵਨੀ ਜਾਰੀ, ਕੈਨੇਡਾ ਸਰਕਾਰ ਨੇ ਦਿੱਤੀ ਸਲਾਹ। ਕੈਨੇਡਾ ਵਿੱਚ ਕਿਸਾਨਾਂ ਲਈ ਜਸ਼ਨ ਹੋਣ ਜਾ ਰਿਹਾ ਹੈ ਵੱਡਾ ਸਮਾਗਮ। ਇਮੀਗ੍ਰੇਸ਼ਨ ਬਾਰੇ ਆਈ ਜਾਣਕਾਰੀ, IRCC ਨੇ ਸਾਂਝੀ ਕੀਤੀ ਰਿਪੋਰਟ। ਕਈ ਹੈਲਥਕੇਅਰ ਵਰਕਰਸ ਤੇ ਕਾਰਵਾਈ, ਬਿਨਾਂ ਟੀਕੇ ਵਾਲਿਆਂ ਤੇ ਹੋਈ ਕਾਰਵਾਈ। 18 ਸਾਲ ਤੋਂ ਵੱਧ ਉਮਰ ਵਾਲੇ ਲਗਵਾ ਸਕਦੇ ਬੂਸਟਰ। ਓਨਟਾਰੀਓ ਤੋਂ ਆਈ ਬੂਸਟਰ ਸ਼ਾਟ ਬਾਰੇ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।